ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਤਾ ਗੱਦੀ ਉੱਤੇ ਸੁਭਾਏਮਾਨ ਧੰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਅਤੇ ਪਵਿੱਤਰ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਜੁੜ ਬੈਠੇ ਗੁਰੂ ਕੇ ਮਹਾਨ ਸਤ ਸੰਗੀ ਜਨੋ, ਆਪ ਜੀ ਦੇ ਵੱਡੇ ਭਾਗ ਨੇ ਕਿ ਅਸ਼ਟਮ ਬਲਬੀਰਾ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪ ਜੀ ਸਤਸੰਗ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਗੁਰੂ ਪਿਆਰ ਵਾਲਿਓ, ਜਿੱਥੇ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਉੱਥੇ ਅੱਜ ਦਾ ਵਿਚਾਰ ਅਧੀਨ ਜੋ ਸ਼ਬਦ ਹੈ ਉਸ ਦਾ ਪਾਠ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਣਾ ਪਾਸੋਂ ਆਪ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਮੇਰੇ ਮਾਲਕ ਜੋ ਅਗੰਮੀ ਬਖਸ਼ਿਸ਼ ਕਰ ਰਹੇ ਨੇ, ਉਸ ਬਖਸ਼ਿਸ਼ ਨੂੰ ਹਿਰਦੇ ਦੀ ਝੋਲੀ ਵਿੱਚ ਪਾਉਣਾ ਕਰੀਏ। ਆਪ ਸੰਗਤਾਂ ਅਤੇ ਗੁਰੂ ਸਾਹਿਬ ਮਿਹਰ ਭਰਿਆ ਸਿਰ ਤੇ ਹੱਥ ਰੱਖੋ, ਬਖਸ਼ੋ ਅਸੀਸ, ਪਿਆਰ ਸਹਿਤ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਵਡਿਆਈ ਵਿੱਚ, ਉਸਤਤ ਵਿੱਚ ਭੱਟ ਸਾਹਿਬਾਨ ਨੇ ਜੋ ਬਾਣੀ ਉਚਾਰਨ ਕੀਤੀ ਹੈ, ਉਸ ਬਾਣੀ ਨੂੰ ਅਸੀਂ ਸਵਈਆਂ ਦੇ ਨਾਂ ਦੇ ਨਾਲ ਜਾਣਦੇ ਹਾਂ। ਵਿਦਵਾਨਾਂ ਦੀ ਖੋਜ ਦੇ ਮੁਤਾਬਕ ਜੋ 11 ਭੱਟ ਸਾਹਿਬਾਨ ਹੋਏ ਨੇ, ਗਿਆਨੀ ਦਿੱਤ ਸਿੰਘ ਕਹਿੰਦੇ ਨੇ ਕਿ ਹਰਿਆਣੇ ਦੇ ਵਿੱਚ ਸਰਸਵਤੀ ਨਦੀ ਦੇ ਆਲੇ ਦੁਆਲੇ ਇਹ ਭੱਟ ਸਾਹਿਬਾਨ ਦੇ ਜਿਹੜੇ ਪਰਿਵਾਰ ਨੇ ਉਹ ਵਸਦੇ ਸੀਗੇ। ਸਵਰਗੀ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਇਹ ਵੀ ਕਿਹਾ ਹੈ, ਉਹ ਕਹਿੰਦੇ ਨੇ ਕਿ ਇਹਨਾਂ ਨੇ ਜੋ ਤਾਲੀਮ ਹਾਸਲ ਕੀਤੀ, ਵਿਦਿਆ ਹਾਸਲ ਕੀਤੀ ਹੈ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜੋ ਗੁਰਮਤ ਵਿਦਿਆਲਾ ਖੰਡੂਰ ਸਾਹਿਬ ਦੇ ਵਿੱਚ ਆਰੰਭ ਕੀਤਾ, ਜਿੱਥੇ ਸਤਿਗੁਰੂ ਮਹਾਰਾਜ ਧਾਰਮਿਕ ਐਜੂਕੇਸ਼ਨ ਮਨੁੱਖਤਾ ਨੂੰ ਦਿੰਦੇ ਸਨ, ਉੱਥੇ ਇਹਨਾਂ ਨੇ ਧਰਮ ਦੀ ਵਿਦਿਆ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਗਿਆਨੀ ਜੀ ਕਹਿੰਦੇ ਨੇ ਕਿ ਹੋ ਸਕਦਾ ਇਹਨਾਂ ਦੇ ਪਰਿਵਾਰ ਦੇ ਵੱਡੇ ਵਡੇਰਿਆਂ ਨੇ ਜਾਂ ਇਹਨਾਂ ਵਿੱਚੋਂ ਉੱਥੇ ਆ ਕੇ ਜਿਹੜਾ ਹੈ ਉਹ ਗੁਰਮਤਿ ਦਾ ਗਿਆਨ ਪ੍ਰਾਪਤ ਕੀਤਾ ਹੈ, ਕਿਉਂਕਿ ਉਸ ਸਮੇਂ ਦੇ ਦੌਰਾਨ ਜੋ ਗੁਰਮਤਿ ਵਿਦਿਆਲਾ ਹੈ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ, ਉੱਥੋਂ ਬਹੁਤ ਸਾਰੇ ਵਿਦਵਾਨ ਸਿੱਖ ਧਰਮ ਨੂੰ ਸਮਰਪਿਤ ਜਿਹੜਾ ਹੋਏ ਨੇ, ਤੇ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਲੜ ਲਾਇਆ, ਗੁਰਸ਼ਬਦ ਦੇ ਲੜ ਲਾਇਆ ਹੈਗਾ। ਪ੍ਰੋਫੈਸਰ ਸਾਹਿਬ ਸਿੰਘ ਜੀ ਮੁਤਾਬਕ ਜੋ ਸਾਡਾ ਇਤਿਹਾਸ ਹੈ, ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਹੀ ਸੁੰਦਰ ਢੰਗ ਦੇ ਨਾਲ ਲਿਖਿਆ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਕਿ ਜਦੋਂ 1581 ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਆਪਣੇ ਜੀਵਨ ਦੇ ਅੰਤਿਮ ਪੜਾਅ ਵੇਲੇ ਗੋਇੰਦਵਾਲ ਸਾਹਿਬ ਚਲੇ ਗਏ। ਨਾਲ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਗੋਇੰਦਵਾਲ ਸਾਹਿਬ ਵਿਖੇ ਗਏ ਹਨ। ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਜੋਤੀ ਜੋਤ ਸਮਾਉਂਦੇ ਨੇ, ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਨੇ। ਸਿੱਖ ਇਤਿਹਾਸ ਕਹਿੰਦਾ ਹੈ ਕਿ ਦਸਤਾਰਬੰਦੀ ਦੀ ਰਸਮ ਅਦਾ ਹੋਣੀ ਹੈ, ਪਰਿਵਾਰ ਦੇ ਸਾਰੇ ਜੀ
ਅਤੇ ਸਨੇਹੀ ਤੇ ਸੰਗਤਾਂ ਜਿਹੜੀਆਂ ਨੇ ਉਹ ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੀਆਂ ਹਨ। ਬਹੁਤ ਭਾਰੀ ਇਕੱਠ ਹੋਣਾ ਹੈ। ਜਿੱਥੇ ਜਿੱਥੇ ਖਬਰਾਂ ਪਹੁੰਚੀਆਂ, ਭਾਵੇਂ ਉਹ ਕਰਤਾਰਪੁਰ ਸੀ, ਬਾਬੇ ਨਾਨਕ ਸਾਹਿਬ ਜੀ ਦਾ ਵਸਾਇਆ ਹੋਇਆ, ਭਾਵੇਂ ਉਹ ਖਡੂਰ ਸਾਹਿਬ ਦੀ ਧਰਤੀ ਸੀ, ਹੋਰ ਵੀ ਥਾਵਾਂ ਤੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਵੱਸਦੇ ਸਨ, ਉਹ ਸਾਰੇ ਹੀ ਗੋਇੰਦਵਾਲ ਸਾਹਿਬ ਜੀ ਵਿਖੇ ਪਹੁੰਚ ਰਹੇ ਸਨ। ਸੰਗਤਾਂ ਦੇ ਕਾਫਲੇ ਜਾ ਰਹੇ ਸਨ। ਉਹਨਾਂ ਕਾਫਲਿਆਂ ਦੇ ਵਿੱਚ ਇਹ 11 ਭੱਟ ਸਾਹਿਬਾਨ ਦਾ ਟੋਲਾ ਵੀ ਸ਼ਾਮਲ ਹੈ। ਕਹਿੰਦੇ ਨੇ ਅਸੀਂ ਜਿਵੇਂ ਕਿਸੇ ਗੁਰਧਾਮ ਦੀ ਯਾਤਰਾ ਵਾਸਤੇ ਆਪਣੇ ਘਰੋਂ ਜਾਂਦੇ ਹਾਂ, ਔਰ ਸੰਗਤੀ ਰੂਪ ਦੇ ਵਿੱਚ ਅਸੀਂ ਜਦੋਂ ਗੁਰਧਾਮ ਦੀ ਯਾਤਰਾ ਵਾਸਤੇ ਜਾਂਦੇ ਹਾਂ ਤੇ ਸਾਡੇ ਮਨ ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਕਿਸੇ ਗੁਰਧਾਮ ਦੀ ਯਾਤਰਾ ਵਾਸਤੇ ਜਾਈਏ ਤੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਨੇ ਕਿ ਜਿਸ ਸਥਾਨ ਤੇ ਅਸੀਂ ਚੱਲੇ ਹਾਂ ਉਹ ਭਾਗਾਂ ਵਾਲਾ ਸਥਾਨ ਕਿੰਨਾ ਸੋਹਣਾ ਹੋਏਗਾ। ਜਿੱਥੇ ਮੇਰੇ ਸਤਿਗੁਰੂ ਜੀ ਦੇ ਚਰਨ ਪਏ, ਭਾਵਨਾ ਸਾਡੇ ਅੰਦਰ ਇਹ ਹੁੰਦੀ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰੂ ਪਿਆਰ ਵਾਲਿਓ, ਭਾਵਨਾ ਸਾਡੇ ਅੰਦਰ ਹੋਣੀ ਵੀ ਚਾਹੀਦੀ ਹੈ। ਜਿਹੜੇ ਸਾਡੇ ਇਤਿਹਾਸਕ ਸਥਾਨ ਨੇ, ਉਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਆਪ ਕਰਨੇ ਵੀ ਚਾਹੀਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਕਰਾਉਣੇ ਚਾਹੀਦੇ ਨੇ। ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈ ਉਹ ਇਤਿਹਾਸ ਸਰਵਣ ਕੀਤਾ ਹੈ, ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ। ਔਰ ਅਸੀਂ ਬੇਅੰਤ ਵਾਰ ਵਿਦਵਾਨਾਂ ਪਾਸੋਂ ਅੱਲਾ ਯਾਰ ਖਾਂ ਜੋਗੀ ਦੇ ਉਹ ਸ਼ਬਦ ਵੀ ਸਰਵਣ ਕੀਤੇ ਹੋਣਗੇ ਕਿ ਬਸ ਏਕ ਹੀ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਾਂ ਖੁਦਾ ਕੇ ਲੀਏ। ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਸਥਾਨਾਂ ਦੇ ਸਾਨੂੰ ਦਰਸ਼ਨ ਆਪ ਵੀ ਕਰਨੇ ਚਾਹੀਦੇ, ਆਪਣੇ ਬੱਚਿਆਂ ਨੂੰ ਵੀ ਕਰਾਉਣੇ ਚਾਹੀਦੇ, ਤਾਂ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜਨ। ਤੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸਕ ਸਥਾਨਾਂ ਤੇ ਲੈ ਕੇ ਜਾਵਾਂਗੇ ਤੇ ਕੁਦਰਤੀ ਗੱਲ ਹੈ ਕਿ ਉਹਨਾਂ ਦੇ ਬੇਅੰਤ ਸਵਾਲ ਹੁੰਦੇ ਨੇ ਕਿ ਕਿਵੇਂ ਉੱਥੇ ਸ਼ਹਾਦਤਾਂ ਦੇ ਜਾਮ ਪੀਤੇ, ਹੋਰ ਕੌਣ ਕੌਣ ਸ਼ਹੀਦ ਹੋਇਆ। ਬੜੇ ਸਾਰੇ ਸਵਾਲ ਜਿਹੜੇ ਬੱਚੇ ਮਾਤਾ ਪਿਤਾ ਨਾਲ ਕਰਦੇ ਨੇ, ਆਪਣੇ ਸੰਗੀਆਂ ਸਾਥੀਆਂ ਨਾਲ ਕਰਦੇ ਨੇ। ਜਦੋਂ ਅਸੀਂ ਵੀ ਕਿਸੇ ਥਾਂ ਤੇ ਯਾਤਰਾ ਕਰਨ ਜਾਂਦੇ ਹਾਂ ਤੇ ਸਾਡੇ ਮਨਾਂ 'ਚ ਇਹ ਸਵਾਲ ਹੁੰਦਾ ਹੈ ਕਿ ਉਹ ਸਥਾਨ ਜਿਹੜਾ ਹੈ ਕਿਵੇਂ ਹੋਂਦ ਵਿੱਚ ਆਇਆ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਕਿਵੇਂ ਚਰਨ ਪਾਏ ਨੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ। ਇੱਥੇ ਕਿਹੜੇ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਕਿਹੜੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ, ਇਤਿਆਦਿਕ ਬਹੁਤ ਸਾਰੇ ਸਵਾਲ ਸਾਡੇ ਮਨਾਂ ਵਿੱਚ ਚੱਲਦੇ ਨੇ। ਇਸ ਤਰ੍ਹਾਂ ਜਦੋਂ ਕਾਫਲਾ ਤੁਰਿਆ ਜਾ ਰਿਹਾ ਤੇ ਇਹ 11 ਭੱਟ ਸਾਹਿਬਾਨ ਜਿਹੜੇ ਨੇ ਜੋ ਸੱਚੇ ਗੁਰੂ ਦੀ ਭਾਲ ਵਿੱਚ ਸਨ, ਇਹਨਾਂ ਦੀ ਰਚਨਾ ਮੁਤਾਬਕ ਕਹਿੰਦੇ ਨੇ ਕਿ ਇਹਨਾਂ ਦੇ ਮਨ ਵਿੱਚ ਵੀ ਬੜੇ ਸਾਰੇ ਸਵਾਲ ਨੇ ਤੇ ਨਾਲ ਦੇ ਸੰਗੀ ਸਾਥੀ ਇਹ ਗੱਲਾਂ ਕਰ ਰਹੇ ਨੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਸ ਮਹਾਂਪੁਰਖ ਤੇ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਉੱਤਰਾਧਿਕਾਰੀ ਨਿਯੁਕਤ ਕੀਤਾ ਹੈ, ਉਹ ਖਾਸ ਸ਼ਖਸੀਅਤਾਂ ਦੇ ਮਾਲਕ ਹਨ। ਉਹਨਾਂ ਦੇ ਜੀਵਨ ਵਿੱਚ ਨਿਮਰਤਾ ਬਹੁਤ ਹੈ, ਉਹਨਾਂ ਦੇ ਜੀਵਨ ਦੇ ਵਿੱਚ ਸਤ ਸੰਤੋਖ ਧੀਰਜ ਬਹੁਤ ਹੈ, ਪਰਉਪਕਾਰੀ ਬਿਰਤੀ ਦੇ ਉਹ ਮਾਲਕ ਨੇ। ਬਹੁਤ ਸਾਰੀਆਂ ਗੱਲਾਂ ਜਦੋਂ ਇਹਨਾਂ ਨੇ ਗੁਰੂ ਉਸਤਤ ਵਿੱਚ, ਗੁਰੂ ਵਡਿਆਈ ਦੇ ਵਿੱਚ ਗੋਇੰਦਵਾਲ ਸਾਹਿਬ ਪਹੁੰਚਣ ਤੋਂ ਪਹਿਲਾਂ ਸੁਣੀਆਂ ਤੇ ਸਾਰਿਆਂ ਦੇ ਮਨ ਵਿੱਚ ਇਹ ਖਿਆਲ ਸੀ ਕਿ ਧੰਨ ਗੁਰੂ ਰਾਮਦਾਸ ਪਿਤਾ ਜੀ ਨੇ ਜਿਸ ਮਹਾਂਪੁਰਖ ਉੱਤੇ ਕਿਰਪਾ ਕੀਤੀ ਹੈ, ਉਹ ਕੋਈ ਵਡੇਰੀ ਉਮਰ ਦਾ ਹੋਣਾ ਹੈ, ਉਹਨਾਂ ਦੀ ਆਰਬਲਾ ਬਹੁਤ ਵੱਡੀ ਹੋਣੀ ਹੈ।
ਕਹਿਣ ਲੱਗੇ, ਜਦੋਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ, ਸਮਾਗਮ ਬਹੁਤ ਵੱਡਾ ਹੈ ਤੇ ਇਸ ਦਸਤਾਰਬੰਦੀ ਦੇ ਸਮਾਗਮ ਦੇ ਵਿੱਚ ਸੰਗਤਾਂ ਦੂਰ ਦੁਹਾਡੇ ਤੋਂ ਆ ਰਹੀਆਂ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਨ੍ਹਾਂ ਦੀ ਉਮਰ ਜਿਹੜੀ ਹੈ ਇਤਿਹਾਸਕਾਰਾਂ ਨੇ ਕੇਵਲ ਉਸ ਵੇਲੇ 18 ਸਾਲ ਦੀ ਜਿਹੜਾ ਹੈ ਉਹ ਦੱਸੀ ਹੈ। 18 ਸਾਲ ਦੇ ਨੌਜਵਾਨ ਸਤਿਗੁਰੂ ਮਹਾਰਾਜ ਆਪ ਜੋੜਾਂ ਘਰ ਦੇ ਵਿੱਚ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਸੰਗਤਾਂ ਨੂੰ ਜਲ ਵਰਤਾਉਣ ਦੀ ਸੇਵਾ ਕਰ ਰਹੇ ਨੇ, ਪੱਖਾ ਝੱਲਣ ਦੀ ਵੀ ਸੇਵਾ ਕਰਦੇ ਨੇ। ਤੇ ਸਤਿਗੁਰੂ ਮਹਾਰਾਜ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਸੇਵਾ ਕਰ ਰਹੇ ਨੇ, ਸਾਰੇ ਨਿਹਾਰ ਰਹੇ ਨੇ, ਵੇਖ ਰਹੇ ਨੇ। ਅੱਜ ਭੱਟਾਂ ਨੂੰ ਵੀ ਪਤਾ ਲੱਗਿਆ ਕਿ ਜੋ ਮਹਾਂਪੁਰਸ਼ ਸੰਗਤਾਂ ਦੇ ਜੋੜੇ ਝਾੜਨ ਦੀ, ਪੱਖੇ ਝੱਲਣ ਦੀ ਸੇਵਾ ਕਰ ਰਹੇ ਨੇ, ਗੁਰੂ ਕੇ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਨੇ, ਇਹੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ, ਇਹਨਾਂ ਨੂੰ ਹੀ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਗੁਰੂ ਪਿਆਰ ਵਾਲਿਓ, ਵਿਦਵਾਨ ਕਹਿੰਦੇ ਨੇ ਕਿ ਇਸੇ ਦਿਨ 11 ਭੱਟ ਸਾਹਿਬਾਨ ਨੇ ਇਹਨਾਂ ਸਮਾਗਮਾਂ ਦੇ ਵਿੱਚ ਗੁਰੂ ਉਸਤਤ ਦੇ ਵਿੱਚ ਇਹ ਸਵਈਏ ਜਿਹੜੇ ਨੇ ਇਹ ਉਚਾਰਨ ਕੀਤੇ ਨੇ। ਗੁਰੂ ਪਿਆਰ ਵਾਲਿਓ, ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਵੇਖਿਆ ਹੈ ਤੇ ਅੱਜ ਉਹ ਆਪ ਹੀ ਕਹਿ ਉੱਠੇ ਨੇ ਕਿ ਸਤਿਗੁਰੂ ਮਹਾਰਾਜ, ਅਸੀਂ ਤੇ ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀ ਮੁਖੋਂ ਏ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ, ਕਿਨੈ ਨ ਪਰਚੈ ਲਾਇਓ, ਕਹਿਤਿਆਂ ਕਹਿਤ ਸੁਣੀ, ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿਨਕੇ ਗੁਣ ਹੋਂ ਕਿਆ ਕਹੋਂ, ਗੁਰ ਦਈ ਮਿਲਾਏ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਅੱਜ ਇਹਨਾਂ ਭੱਟ ਸਾਹਿਬਾਨ ਨੇ ਅਰਮਤਾ ਕਿਰ ਦਿੱਤੀ ਕਿ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਮਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰ। ਇਹ ਭੱਟ ਸਾਹਿਬਾਨ ਦੇ ਆਪਣੇ ਉਚਾਰਨ ਕੀਤੇ ਹੋਏ ਬੋਲ ਨੇ, ਬੜੇ ਪਵਿੱਤਰ ਬੋਲ। ਉਹ ਕਹਿੰਦੇ ਨੇ ਕਿ ਅਸੀਂ ਉਸ ਅਬਨਾਸੀ ਪ੍ਰਭੂ ਨੂੰ ਸਿਮਰ ਕੇ, ਉਹ ਵਾਹਿਗੁਰੂ ਪਰਮੇਸ਼ਵਰ ਨੂੰ ਸਿਮਰ ਕੇ ਅਸੀਂ ਗੁਰ ਅਰਜੁਨ ਗੁਣ ਸਹਿਜ ਵਿਚਾਰੰ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗੁਣਾਂ ਦੀ ਵਿਚਾਰ ਬੜੇ ਸਹਿਜ ਨਾਲ ਇਹ ਸੰਗਤ ਜੀ ਤੁਹਾਡੇ ਸਾਹਮਣੇ ਰੱਖਦੇ ਹਾਂ। ਪਿਆਰ ਵਾਲਿਓ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਹਰੀ ਰੂਪ ਜਾਤਾ ਹੈ, ਪਰਮੇਸ਼ਵਰ ਰੂਪ ਜਾਤਾ ਹੈ। ਜਿਵੇਂ ਕਿ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤ ਵਿੱਚ ਵਡਿਆਈ ਦੇ ਵਿੱਚ ਜੋ ਬੋਲ ਉਚਾਰਨ ਕੀਤੇ, ਉਸੇ ਤਰ੍ਹਾਂ ਜਿਵੇਂ ਪਿਛਲੇ ਗੁਰੂ ਸਾਹਿਬਾਨ ਨੂੰ ਜਾਤਾ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਾਬਤ ਵੀ ਉਹਨਾਂ ਨੇ ਆਪਣੇ ਬਚਨ ਬੜੇ ਭਾਵਪੂਰਤ ਉਚਾਰਨ ਕੀਤੇ ਹਨ। ਅੱਜ ਦੇ ਸਵਈਏ ਵਿੱਚ ਵੀ ਉਹ ਕਹਿੰਦੇ ਨੇ, ਸਦ ਜੀਵਨ ਅਰਜੁਨ ਅਮੋਲ ਆਜੋਨੀ ਸੰਭਵ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਵੀ ਉਹ ਪਰਮੇਸ਼ਰ ਰੂਪ ਜਾਣਦੇ ਨੇ, ਨਿਰੰਕਾਰ ਰੂਪ ਜਾਣ ਰਹੇ ਨੇ ਤੇ ਉਹ ਗੋਬਿੰਦ ਰੂਪ ਜਾਣ ਕੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰ ਰਹੇ ਨੇ। ਕਿਉਂਕਿ ਚੇਤੇ ਰੱਖਣਾ, ਗੁਰਬਾਣੀ ਨੇ ਇੱਕ ਬੜਾ ਪਿਆਰਾ ਸਿਧਾਂਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ ਕਿ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਤਸ਼ਾਹ ਕਹਿੰਦੇ ਨੇ ਪਾਰ ਬ੍ਰਹਮ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ ਕਿਸੇ ਪ੍ਰਕਾਰ ਦਾ ਵੀ। ਚੇਤੇ ਰੱਖਣਾ, ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਜਦੋਂ ਉਹਨਾਂ ਦੀ ਵਡਿਆਈ ਕੀਤੀ ਨਾ ਤੇ ਉਹਨਾਂ ਬਾਬਤ ਵੀ ਸਤਿਗੁਰੂ ਕਹਿੰਦੇ ਜੋਤ ਰੂਪ ਹਰ ਆਪ
ਗੁਰ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੈ ਦੀਓ। ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜੁਨ ਪਿੱਖੋ ਨੈਣ। ਸੱਤਾ ਬਲਵੰਡ ਜੀ ਨੇ ਵੀ ਗੁਰਬਾਣੀ ਦਾ ਬੜਾ ਪਿਆਰਾ ਸਿਧਾਂਤ ਦਿੱਤਾ ਹੈ ਕਿ ਜੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹੈ ਨਾ, ਤੇ ਉਹ ਕਹਿੰਦੇ ਨੇ ਗੁਰੂ ਨਾਨਕ ਦੀ ਜੋਤ ਤੇ ਧੰਨ ਗੁਰੂ ਅਰਜਨ ਸਾਹਿਬ ਦੀ ਜੋਤ ਵੀ ਇੱਕੋ ਹੀ ਹੈ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਉਸੇ ਹਰੀ ਦਾ ਰੂਪ ਨੇ ਜੋ ਹਰੀ ਸਤਨਾਮ ਹੈ। ਚੇਤੇ ਰੱਖਣਾ, ਸਤਨਾਮ ਦਾ ਅਰਥ ਹੈ ਹਮੇਸ਼ਾ ਵਾਸਤੇ ਜੋ ਅਟਲ ਹੈ। ਤੇ ਭੱਟ ਸਾਹਿਬਾਨ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਜੀਓ, ਤੁਸੀਂ ਸਦ ਜੀਵਨ ਹੋ, ਸਦੀਵ ਜੀਵਨ ਵਾਲੇ ਹੋ। ਪਿਆਰਿਓ, ਉਹ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਵਾਸਤੇ ਅਟਲ ਹੈ। ਸਤਿਗੁਰੂ ਪਾਤਸ਼ਾਹ ਜੀ ਰੱਬੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਦੇ ਆਰੰਭਤਾ ਵਿੱਚ ਹੀ ਸਤਨਾਮ ਦੀ ਗੱਲ ਨੂੰ ਖੋਲ ਦਿੰਦੇ ਨੇ ਕਿ ਉਹ ਕਦੋਂ ਤੋਂ ਹੈ, ਕਦੋਂ ਤੱਕ ਹੈ ਤੇ ਕਦੋਂ ਤੱਕ ਰਹੇਗਾ। ਗੁਰਦੇਵ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਨਾ ਦੇਵ ਦਾਨਵਰਾ ਨਰਾ, ਨਾ ਸਿੱਧ ਸਾਧਕਾਂ ਧਰਾ। ਅਸਤ ਏਕ ਦਿਗਰ ਕੂਹੀ, ਏਕ ਤੂੰ ਹੀ, ਏਕ ਤੂੰ ਹੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੇ ਦੇਵਤੇ ਮਨੁੱਖ, ਗੁਰਦੇਵ ਕਹਿੰਦੇ ਨੇ ਇੱਥੋਂ ਮੁੱਕ ਜਾਣਗੇ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਕ। ਪਰ ਉਹ ਪਰਮਾਤਮਾ ਵਾਹਿਗੁਰੂ ਉਹ ਅਬਨਾਸੀ ਪੁਰਖ ਹੈ, ਨਾ ਆਵੇ ਨਾ ਜਾਏ। ਉਹ ਅਬਨਾਸੀ ਪੁਰਖ ਜਨਮ ਮਰਨ ਤੋਂ ਰਹਿਤ ਹੈ। ਸਤਿਗੁਰੂ ਕਹਿੰਦੇ ਜੋ ਹਮੇਸ਼ਾ ਅਟਲ ਹੈ, ਜੋ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰਾ, ਉਸ ਵਾਹਿਗੁਰੂ ਜੀ ਦਾ ਰੂਪ ਹਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਕਹਿੰਦੇ ਸਤਿਗੁਰੂ ਜੀਓ, ਤੁਸੀਂ ਹਮੇਸ਼ਾ ਅਟਲ ਹੋ। ਪਿਆਰਿਓ, ਇਹ ਜਹਾਂਗੀਰ ਨੂੰ ਭੁਲੇਖਾ ਹੈ, ਇਹ ਔਰੰਗਜ਼ੇਬ ਨੂੰ ਭੁਲੇਖਾ ਹੈ, ਇਹ ਵਜ਼ੀਦੇ ਨੂੰ ਭੁਲੇਖਾ ਹੈ ਕਿ ਅਸੀਂ ਸਤਿਗੁਰੂ ਜੀ ਨੂੰ ਜਿਹੜਾ ਹੈ ਉਹ ਖਤਮ ਕਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ। ਯਾਦ ਰੱਖਣਾ, ਗੁਰੂ ਹਮੇਸ਼ਾ ਵਾਸਤੇ ਅਟਲ ਹੈ। ਗੁਰਬਾਣੀ ਇੱਕ ਸੱਚਾਈ ਪੇਸ਼ ਕਰਦੀ ਹੈ ਕਿ ਥਿਰ ਨਾਰਾਇਣ, ਥਿਰ ਗੁਰ, ਥਿਰ ਸਾਚਾ ਵਿਚਾਰ। ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਵੀ ਸਾਡੇ ਵਿਚਕਾਰ ਨੇ। ਪਿਆਰਿਓ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਵੀ ਉਸੇ ਤਰ੍ਹਾਂ ਮਨੁੱਖਤਾ ਦੀ ਅਗਵਾਈ ਪਏ ਕਰਦੇ ਨੇ ਗੁਰ ਸ਼ਬਦ ਦੇ ਰੂਪ ਦੇ ਵਿੱਚ। ਸਤਿਗੁਰੂ ਜੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ, ਸਤਿਗੁਰੂ ਕਹਿੰਦੇ ਪਿਆਰਿਓ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾ ਨ ਸਕੈ ਜਾਲੇ। ਨਿਰਧਨ ਕੋ ਧਨ, ਅੰਧਲੇ ਕੋ ਟਿਕ, ਮਾਤ दूध जैसे बाले। सागर में बोहित, पायो हर नानक, करी किरपा ਕਿਰਪਾਲੇ। ਗੁਰੂ ਦੇ ਸ਼ਬਦ ਨੂੰ ਜਿਹੜਾ ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਹੈ ਨਾ, ਸ਼ਬਦ ਰੂਪ ਦੇ ਵਿੱਚ ਅੱਜ ਗੁਰੂ ਸਾਹਿਬ ਜੀ ਅਟਲ ਨੇ। ਚੇਤੇ ਰੱਖਣਾ, ਗੁਰਦੇਵ ਮਹਾਰਾਜ ਕਹਿੰਦੇ ਭਾਈ ਗੁਰੂ ਦਾ ਸ਼ਬਦ ਹਮੇਸ਼ਾ ਤੁਹਾਡੇ ਅੰਗ ਸੰਗ ਹੈ। ਗੁਰਦੇਵ ਦੇ ਆਪਣੇ ਬੋਲ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਤੇ ਵੱਖਰੀ ਗੱਲ ਹੈ, ਅਸੀਂ ਜਿਹੜਾ ਹੈ ਉਹ ਗੁਰੂ ਸ਼ਬਦ ਦੇ ਨਾਲ ਨੇੜਤਾ ਹੀ ਨਹੀਂ ਬਣਾਉਂਦੇ। ਅਸੀਂ ਜਿਹੜਾ ਹੈ ਉਹ ਗੁਰੂ ਸ਼ਬਦ ਨਾਲ ਨੇੜਤਾ ਬਣਾਵਾਂਗੇ ਨਾ, ਗੁਰੂ ਨਾਲ ਬਾਤਾਂ ਕਰਾਂਗੇ, ਗੁਰੂ ਨਾਲ ਗੱਲਾਂ ਕਰਾਂਗੇ, ਤੇ
ਤੇ ਗੁਰਦੇਵ ਹਰ ਵੇਲੇ ਸਾਡੀ ਅਗਵਾਈ ਪਏ ਕਰਦੇ ਨੇ। ਬਸ ਸਾਨੂੰ ਮਹਿਸੂਸ ਕਰਨਾ ਹੈ ਕਿ ਗੁਰੂ ਮੇਰਾ ਹਮੇਸ਼ਾ ਅੰਗ ਸੰਗ ਹੈ। ਯਾਦ ਰੱਖਣਾ, ਗੁਰੂ ਦਾ, ਸਿੱਖ ਦਾ ਜਿਹੜਾ ਗੁਰੂ ਹੈ ਉਹ ਕਿਸੇ ਚਾਰ ਦੀਵਾਰੀ ਵਿੱਚ ਕੈਦ ਨਹੀਂ। ਜਿਵੇਂ ਰੱਬ ਜਿਹੜਾ ਅਕਾਲ ਪੁਰਖ ਸਾਡਾ ਉਹ ਕਿਸੇ ਖਾਸ ਚਾਰ ਦੀਵਾਰੀ ਵਿੱਚ ਕੈਦ ਨਹੀਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਆਪਣੇ ਬੋਲ, ਗੁਰਦੇਵ ਮਹਾਰਾਜ ਕਹਿੰਦੇ, ਜਹਾਂ ਜਹਾਂ ਪੇਖੋਂ ਤਾਂ ਹਜ਼ੂਰ, ਦੂਰ ਕਤਹੁ ਨਾ ਜਾਈ, ਰਬ ਰਿਹਾ ਸਰਬੱਤਰ ਮੈਂ, ਮਨ ਸਦਾ ਧਿਆਈ। ਭਾਈ ਉਹ ਪ੍ਰਮਾਤਮਾ ਹਰ ਜ਼ਰਰੇ ਜ਼ਰਰੇ ਵਿੱਚ ਹੈ। ਇਸੇ ਤਰ੍ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਵੀ ਹਮੇਸ਼ਾ ਜਿਹੜਾ ਹੈ ਉਹ ਸਾਡੇ ਨਾਲ ਹੈ। ਬਸ ਸਾਨੂੰ ਗੁਰੂ ਨਾਲ ਨੇੜਤਾ ਬਣਾਉਣੀ ਹੈ, ਗੁਰੂ ਨਾਲ ਬਾਤਾਂ ਕਰਨੀਆਂ ਨੇ, ਗੁਰੂ ਨਾਲ ਗੱਲਾਂ ਕਰਨੀਆਂ ਨੇ, ਗੁਰੂ ਨੂੰ ਸਮਝਣਾ ਹੈ। ਤੇ ਗੁਰੂ ਦੀ ਸਮਝ ਉਦੋਂ ਆਏਗੀ ਜਦੋਂ ਆਪ ਸਹਿਜ ਪਾਠ ਕਰਾਂਗੇ, ਜਦੋਂ ਆਪ ਬਾਣੀ ਪੜਾਂਗੇ, ਬਾਣੀ ਨੂੰ ਵਿਚਾਰ ਕੇ ਪੜਾਂਗੇ। ਹਰ ਸਵਾਲ ਦਾ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਬਖਸ਼ਿਸ਼ ਕਰਨਗੇ। ਸਤਿਗੁਰੂ ਮਹਾਰਾਜ ਕਹਿੰਦੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ। ਗੁਰੂ ਨੂੰ ਜਲ ਡੂਬ ਨਹੀਂ ਸਕਦਾ, ਤਸਕਰ ਨਹੀਂ ਲੇਵੈ, ਚੋਰ ਚੁਰਾ ਨਹੀਂ ਸਕਦਾ, ਭਾ ਨ ਸਕੈ ਜਾਲੇ। ਅੱਗ ਜਿਹੜੀ ਹੈ ਉਹ ਸਾੜ ਨਹੀਂ ਸਕਦੀ ਹੈ ਪਿਆਰਿਓ। ਸਤਿਗੁਰੂ ਮਹਾਰਾਜ ਤੇ ਸਦ ਜੀਵਨ ਅਰਜਨ ਅਮੋਲ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਤੇ ਸਦੀਵ ਜੀਵ ਵਾਲੇ ਹਨ, ਉਹ ਅਮੋਲਕ ਹਨ। ਪਿਆਰਿਓ, ਇਨਸਾਨ ਦੀ ਫਿਦਰਤ ਹੈ ਕਿ ਇਨਸਾਨ ਜਿਹੜਾ ਹੈ ਨਾ, ਹਰ ਇੱਕ ਵਸਤੂ ਨੂੰ ਕਿਸੇ ਨਾ ਕਿਸੇ ਮੁੱਲ ਨਾਲ ਤੋਲਦਾ ਹੈ। ਅਸੀਂ ਵੇਖਦੇ ਹਾਂ ਆਪਣੇ ਆਲੇ ਦੁਆਲੇ, ਆਪਣੇ ਪਰਿਵਾਰਾਂ ਵਿੱਚ, ਮਿੱਤਰਾਂ ਦੋਸਤਾਂ ਵਿੱਚ, ਇਨਸਾਨ ਸੋਚਦਾ ਹੈ ਕਿ ਇਹ ਚੀਜ਼ ਕਿੰਨੇ ਕੁ ਮੁੱਲ ਦੀ ਹੈ, ਇਹ ਇੰਨੀ ਕੁ ਮਹਿੰਗੀ ਹੈ, ਇਹਦੀ ਇੰਨੀ ਕੁ ਕੀਮਤ ਹੈ। ਹਰ ਚੀਜ਼ ਨੂੰ ਅੱਜ ਦਾ ਇਨਸਾਨ ਮੁੱਲ ਨਾਲ ਤੋਲ ਕੇ ਵੇਖਦਾ ਹੈ। ਜਿਹਦੇ ਕੋਲ ਜਿੰਨਾ ਕੁ ਰੁਪਈਆ ਹੈ ਅਸੀਂ ਸੋਚਦੇ ਹਾਂ ਉਹ ਵੱਡਾ ਹੈ, ਜਿਹਦੇ ਕੋਲ ਮਾਇਆ ਘੱਟ ਹੈ ਉਹ ਛੋਟਾ ਹੈ। ਸਾਡਾ ਅੰਕਲਨ ਜਿਹੜਾ ਸਿਰਫ ਮੁੱਲ ਨਾਲ ਹੈ। ਕੋਈ ਵੀ ਵਸਤੂ, ਕੋਈ ਵੀ ਪਦਾਰਥ ਹੈ ਉਹਨੂੰ ਮੁੱਲ ਨਾਲ ਤੋਲਦੇ ਹਾਂ। ਗੁਰੂ ਪਿਆਰ ਵਾਲਿਓ, ਇੱਥੋਂ ਤੱਕ ਮੈਂ ਬੇਨਤੀ ਕਰਦੇ ਹਾਂ, ਅਸੀਂ ਆਪਣੇ ਬੱਚੇ ਅਤੇ ਬੱਚੀ ਵਾਸਤੇ ਰਿਸ਼ਤਾ ਵੇਖਣ ਜਾਂਦੇ ਹਾਂ ਨਾ, ਤੇ ਤਾਂ ਵੀ ਸਾਡੀ ਇਹ ਸੋਚ ਹੁੰਦੀ ਹੈ ਕਿ ਇਹ ਜਿਸ ਪਰਿਵਾਰ ਵਿੱਚ ਅਸੀਂ ਆਪਣੀ ਧੀ ਨੂੰ ਵਿਆਹ ਰਹੇ ਹਾਂ, ਇਹਨਾਂ ਕੋਲ ਕਿੰਨਾ ਕੁ ਰੁਪਈਆ ਪੈਸਾ ਹੈ, ਇਹਨਾਂ ਦੀ ਕਮਾਈ ਕਿੰਨੀ ਕੁ ਹੈ, ਅਸੀਂ ਉਹਦੇ ਨਾਲ ਤੋਲ ਕੇ ਵੇਖਣਾ ਚਾਹੁੰਦੇ ਹਾਂ। ਅਸੀਂ ਗੁਣਾਂ ਨਾਲ ਨਹੀਂ ਤੋਲਦੇ ਹਾਂ, ਉਹਨਾਂ ਦੇ ਵਿਵਹਾਰ ਨਾਲ ਨਹੀਂ ਵੇਖਦੇ ਹਾਂ। ਗੁਰੂ ਪਿਆਰ ਵਾਲਿਓ, ਇੱਥੋਂ ਤੱਕ ਕਿ ਦਾਜ ਰੂਪ ਆਉਣ ਵਾਲੀਆਂ ਵਸਤੂਆਂ ਦਾ ਵੀ ਕਿਤੇ ਨਾ ਕਿਤੇ ਸਾਡੀ ਚੇਸ਼ਟਾ ਇਹ ਹੁੰਦੀ ਹੈ ਕਿ ਇਹ ਕਿੰਨੇ ਕੁ ਮਹਿੰਗੇ ਪਦਾਰਥ ਸਾਨੂੰ ਦਿੱਤੇ ਨੇ। ਇਹ ਟੀਵੀ ਦਾ ਕੀ ਰੇਟ ਹੈ, ਇਹ ਕਾਰ ਦਾ ਕੀ ਰੇਟ ਹੈ, ਇਹ ਗਹਿਣੇ ਦਾ ਕੀ ਰੇਟ ਹੈ। ਅਸੀਂ ਉਹਦੇ ਪਿੱਛੇ ਜਿਹੜਾ ਪਿਆਰ ਹੈ ਉਹਨੂੰ ਨਹੀਂ ਵੇਖਦੇ ਹਾਂ। ਕੋਈ ਦੋਸਤ, ਸਾਡਾ ਮਿੱਤਰ ਸਾਨੂੰ ਕੋਈ ਕੀਮਤੀ ਤੋਹਫਾ ਜਿਹੜਾ ਹੈ ਦਿੰਦਾ ਹੈ, ਸਾਡੇ ਜਨਮ ਦਿਨ ਇਤਿਆਦਿਕ ਤੇ ਸਾਨੂੰ ਕੀਮਤੀ ਤੋਹਫਾ ਭੇਟ ਕਰਦਾ ਹੈ, ਤੇ ਅਸੀਂ ਉਸ ਕੀਮਤੀ ਤੋਹਫੇ ਨੂੰ ਵੀ ਜਿਹੜਾ ਹੈ ਨਾ, ਸਾਡੀ ਖਿੱਚ ਇਹ ਹੁੰਦੀ ਹੈ ਕਿ ਇਹ ਕਿੰਨੇ ਕੁ ਮੁੱਲ ਦਾ ਹੈ। ਅਸੀਂ ਮੁੱਲ ਨਾਲ ਉਹਦੇ ਪਿਆਰ ਨੂੰ ਤੋਲਣਾ ਚਾਹੁੰਦੇ ਹਾਂ। ਪਰ ਯਾਦ ਰੱਖਣਾ, ਜਿਹੜਾ ਤੋਹਫੇ ਦੇ ਪਿੱਛੇ ਪਿਆਰ ਲੁਕਿਆ ਹੋਇਆ ਨਾ, ਉਹਨੂੰ ਕਿਸੇ ਮੁੱਲ ਨਾਲ ਤੋਲਿਆ ਨਹੀਂ ਜਾ ਸਕਦਾ। ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵਿੱਚ ਜਿਹੜੇ ਗੁਣ ਨੇ ਨਾ, ਉਹ ਬੇਅੰਤ ਕੀਮਤੀ ਹਨ। ਠੀਕ ਹੈ, ਬਾਬਾ ਪ੍ਰਿਥੀ ਚੰਦ ਸੋਚਦੇ ਨੇ ਕਿ ਇਹ ਇੱਟਿਆਂ ਦਾ ਭੱਟਾ ਮੇਰੇ ਨਾਂ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੰਨੀਆਂ ਦੁਕਾਨਾਂ ਨੇ, ਇਹਨਾਂ ਦਾ ਕਾਰੋਬਾਰ ਮੈਂ ਵੇਖਦਾ, ਮੈਂ ਚੰਗਾ ਅਮੀਰ ਹਾਂ, ਤਕੜਾ ਹਾਂ। ਉਹ ਆਪਣਾ ਆਂਕੜਨ ਹਰ ਵੇਲੇ ਮਾਇਆ ਨਾਲ ਕਰਦੇ ਨੇ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ ਗਰੀਬੀ ਗਦਾ ਹਮਾਰੀ,
खन्ना सगल रेन छारी। धन गुरु अर्जन साहब महाराज कोल निम्रता है, धन गुरु अर्जन साहब कोल परोपकार है, दया है, हलीमी है। मेरे सतगुरु जी दे इन्हां गुणां नूं प्यारिओ किहड़े मुੱਲ नाल तोलिया जा सकदा है। भट्ट साहिबान कहंदे ने ऐ धन गुरु अर्जन साहब महाराज तुसी अमोलक हो, तुहाडा मुੱਲ नहीं पाया जा सकदा। गुरु प्यार वालिओ उसे हरि परमात्मा दा रूप ने। धन गुरु नानक साहब महाराज कहंदे जेदे बारे सब सुरती मिल सुरत कमाई, सब कीमत मिल कीमत पाई। सतगुरु पातशाह कहंदे ने कि उस परमेश्वर वाहिगुरु जी दे जेड़ा कहण ना जाई तेरी तिल वडियाई, केवल तिल मात्र भी ओदी वडियाई जेड़ा है वो बयान नहीं कीती जा सकती। उसे हरि परमेश्वर वाहिगुरु जी दा रूप ने धन गुरु अर्जन साहब महाराज। कहण लगे आजोनी संभव, वो जिहड़ा परमेश्वर वाहिगुरु है ना जो जूना तो रहत है, उस निरंकार दा रूप ने जिहड़ा एकम एक अंकार निराला, अमर अजोनी जात न जाला। जेड़ा वो एक ओंकार है जो जूना तो रहत है, जो जन्म मरण तो रहत है। गुरु पातशाह धन गुरु अर्जन साहब महाराज जी दे बाबत भट्ट साहिबान कहंदे ने उस निरंकार दा रूप ने। ते फिर कहंदे ने धन गुरु अर्जन साहब जी दे बाबत कहण लगे भै पंजन पर दुख निवार, अपार अनंत भौ। धन गुरु अर्जन साहब महाराज भै पंजन वाले हन, ਜਿਹੜਾ ਹੈ ਉਹ ਡਰ ਨੂੰ ਤੋੜਨ ਵਾਲੇ ਹਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਆਪ ਵੀ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਸਤਿਗੁਰੂ ਤਾਂ ਸਗੋਂ ਸਾਰਿਆਂ ਨੂੰ ਕਹਿੰਦੇ ਨੇ ਭਾਈ ਤੁਸੀਂ ਵੀ ਉਸ ਨਿਰੰਕਾਰ ਨਾਲ ਜੁੜੋ ਜਿਸ ਨੂੰ ਨਿਰਭਉ ਜਪੈ सगल भौ मिटै। जिस परमेश्वर वाहिगुरु जी नूं जो निरभउ है जे उस नूं जपोगे ना ते तुहाडे अंदर दे सारे डर भै भीत जिहड़े ने वो सारे खत्म हो जाणगे, नस जाणगे। किसी भी प्रकार दा तुहानूं जिहड़ा डर है वो नहीं रहेगा। ते सतगुरु महाराज धन गुरु अर्जन साहब जी की शख्सियत बारे कहते ने कि पर दुख निवार, वो पराए दुखों नूं निवारण वाले ने। प्यारिओ धन गुरु अर्जन साहब महाराज जी का बहुत वड्डा परोपकार मनुखता उत्ते है। धन गुरु अर्जन साहब महाराज जी इहो जी शख्सियत हन जिन्हां ने 1581 तो गुरता गद्दी उन्हां नूं प्राप्त हुई। 1606 तक वो गुरता गद्दी उत्ते विराजमान रहे। तकरीबन 25 कु साल का समा धन गुरु अर्जन साहब महाराज जी का गुरता गद्दी का बनता है। सतगुरु महाराज जेड़े धन गुरु अर्जन साहब महाराज ने जो कि इस शख्सियत के मालक ने कि भट्ट साहिबान दी अपनी जुबान कहती है कि तैं जनमत गुरमत ब्रह्म पछाणियो। जिन्हां ने जन्म तो ही गुरमत नूं पहचानिया है ते जिन्हां ने नाना गुरु जी दी गोद विच बह के गुरमत दी पढ़ाई कीती है, गुरमत दी एजुकेशन लई है और गुरमत दी विद्या भी जिहड़ा है उस ढंग नाल लई के गुरमत नूं केवल पढ़न तक सीमित नहीं रखिया है, उन्होंने जीवन विच हंडाया है प्रैक्टिकल रूप दे विच। जे मेरा गुरु कहंदा भी तुहाडा जीवन परोपकारी होना चाहिदा है, तुहाडे जीवन विच निम्रता ते हलीमी होनी चाहिदी है। जे मेरा गुरु कहंदा नीचा अंदर नीच जात, नीची हूँ अत नीच। ते सतगुरु महाराज उन्हां दे नाल खलोते हुए नजर आए ने। मेरे धन गुरु अर्जन साहब महाराज जी का जीवन एक कहता है कि मेरे सतगुरु पातशाह धन गुरु अर्जन साहब महाराज ने जो दसवंध की माया आई है ना, उस दसवंध की माया की ठीक वरतों किवें करनी है
ਤੇ ਆਉਣ ਵਾਲੇ ਭਵਿੱਖ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਜੋ ਆਉਣ ਵਾਲੀਆਂ ਚੁਣੌਤੀਆਂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ, ਸਤਿਗੁਰੂ ਮਹਾਰਾਜ ਨੇ ਜਿਹੜਾ ਹੈ ਉਹ ਢੰਗ ਸਾਨੂੰ ਦਿੱਤਾ ਹੈ। ਯਾਦ ਰੱਖਣਾ, ਜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਜੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰਮਤਿ ਇੰਸਟੀਚਿਊਟ ਹੋਂਦ ਦੇ ਵਿੱਚ ਲੈ ਕੇ ਆਉਂਦੇ ਤਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜਿੱਥੇ ਫਿਜ਼ੀਕਲ ਐਜੂਕੇਸ਼ਨ ਵੀ ਦਿੱਤੀ ਹੈ, ਜਿੱਥੇ ਸਤਿਗੁਰੂ ਜੀ ਨੇ ਗੁਰਮਤਿ ਐਜੂਕੇਸ਼ਨ ਦਾ ਪੁਖਤਾ ਪ੍ਰਬੰਧ ਕੀਤਾ, ਉੱਥੇ ਯਾਦ ਰੱਖਣਾ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਬਣਵਾ ਕੇ ਉਹਦਾ ਨਿਰਮਾਣ ਕਰਕੇ ਮਨੁੱਖਤਾ ਵਿੱਚੋਂ ਜਾਤ ਪਾਤ ਸੁੱਚ ਭਿੱਟ ਵਹਿਮ ਭਰਮ ਦੇ ਜਿਹੜੀ ਗੱਲ ਦੂਰ ਕੀਤੀ, ਉੱਥੇ ਲੋੜਵੰਦਾਂ ਦੀ ਲੋੜ ਨੂੰ ਮਹਿਸੂਸ ਕੀਤਾ ਤਾਂ ਕਿ ਉਹਨਾਂ ਨੂੰ ਸੱਚ ਜਲ ਮਿਲ ਸਕੇ। ਗੁਰੂ ਰਾਮਦਾਸ ਮਹਾਰਾਜ ਜੀ ਨੇ 52 ਵੱਖ-ਵੱਖ ਉਦਯੋਗਿਕ ਖੇਤਰਾਂ ਨੂੰ ਜਿਹੜਾ ਅੰਮ੍ਰਿਤਸਰ ਵਿੱਚ ਵਸਾਇਆ ਹੈ। ਉੱਥੇ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮੈਡੀਕਲ ਦੇ ਖੇਤਰ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ। ਆਪਣੀ ਸੁਰਤ ਨੂੰ ਤੁਸੀਂ ਤਰਨ ਤਾਰਨ ਸਾਹਿਬ ਲੈ ਕੇ ਜਾਓ। ਮੈਂ ਤੇ ਕਹਿੰਦਾ ਵੀ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਜਿਹੜਾ ਉਹ ਕੋੜੀਆਂ ਵਾਸਤੇ ਜੋ ਦਵਾਖਾਨਾ ਖੋਲਿਆ, ਹਸਪਤਾਲ ਦੀ ਆਰੰਭਤਾ ਕੀਤੀ ਹੈ, ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਰਦੇ ਨੇ। ਤੇ ਇਹਦੇ ਪਿੱਛੇ ਭੱਟ ਸਾਹਿਬਾਨ ਕਹਿੰਦੇ ਵੀ ਕਾਰਨ ਕੀ ਹੈ, ਪਰ ਦੁੱਖ ਨਿਵਾਰ, ਉਹ ਪਰਾਇਆ ਦੁੱਖ ਨਿਵਾਰਨ ਦੇ ਯੋਗ ਨੇ, ਉਹ ਪਰਾਇਆ ਦੁੱਖ ਨਹੀਂ ਵੇਖ ਸਕਦੇ। ਸਤਿਗੁਰੂ ਮਹਾਰਾਜ ਜੀਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਮਹਿਸੂਸ ਕਰਦੇ ਨੇ ਕਿ ਭਾਈ ਜਿਨ੍ਹਾਂ ਨੂੰ ਲੋਕ ਘਰੋਂ ਬਾਹਰ ਕੱਢ ਦਿੰਦੇ ਸਨ, ਆਪ ਜੀ ਨੇ ਉਹ ਇਤਿਹਾਸ ਸੁਣਿਆ ਹੈ, ਪੜ੍ਹਿਆ ਵੀ ਹੈ। ਜਦੋਂ ਦੀਪਾਲਪੁਰ ਦੇ ਕੋੜੀ ਨੂੰ ਜਿਹੜਾ ਹੈ ਉਹ ਪਿੰਡ ਵਾਲਿਆਂ ਨੇ ਝੁੱਗੀ ਬਾਹਰ ਪਾ ਦਿੱਤੀ ਹੈ, ਕੋਈ ਜਾਂਦਾ ਹੈ 1-2 ਪ੍ਰਸ਼ਾਦਾ ਦੇ ਕੇ ਆ ਜਾਂਦਾ ਹੈ ਜਾਂ ਘੜੇ ਦੇ ਵਿੱਚ ਪਾਣੀ ਪਾ ਕੇ ਆ ਜਾਂਦਾ, ਉਹ ਕੋੜੀ ਇਕੱਲਾ ਹੀ ਰਾਤਾਂ ਗੁਜ਼ਾਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਸੀਨੇ ਨਾਲ ਲਾਉਂਦੇ ਨੇ ਤੇ ਸਤਿਗੁਰੂ ਉਹਦੇ ਦੁੱਖ ਨੂੰ ਸਾਂਝਾ ਕਰਦੇ ਨੇ। ਸਤਿਗੁਰੂ ਮਹਾਰਾਜ ਨਾਲੇ ਉਹਨੂੰ ਅਹਿਸਾਸ ਵੀ ਕਰਾਉਂਦੇ ਨੇ ਕਿ ਜੀਓ ਤਪਤ ਹੈ ਬਾਰੋਂ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ, ਰੋਗੀ ਬਿਲ ਲਾਏ ਪਿਆਰਿਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਜੇ ਨਿਰੰਕਾਰ ਭੁੱਲ ਗਿਆ, ਬਾਣੀ ਭੁੱਲ ਗਈ, ਨਾਮ ਭੁੱਲ ਗਿਆ ਤੇ ਇਹ ਰੋਗ ਆਣ ਕੇ ਘੇਰ ਲੈਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਪਰਮੇਸ਼ਰ ਭੁੱਲ ਗਿਆ ਤਾਂ ਸਾਰੇ ਰੋਗ ਆਣ ਕੇ ਘੇਰ ਲੈਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਹਿਸੂਸ ਕੀਤਾ ਹੈ ਕਿ ਭਾਈ ਜਿਹੜੇ ਬਿਮਾਰ ਨੇ, ਦੁਖੀ ਨੇ, ਉਹਨਾਂ ਦਾ ਜੇ ਬਣ ਜਾਈਏ, ਉਹਨਾਂ ਨਾਲ ਦੁੱਖ ਦੀ ਸਾਂਝ ਕਰ ਲਈਏ ਤੇ ਅੱਧਾ ਦੁੱਖ ਹੌਲਾ ਹੋ ਜਾਂਦਾ ਹੈ। ਪਿਆਰਿਓ, ਅੱਜ ਸਮਾਜ ਦੇ ਵਿੱਚ ਬੜੀ ਅਧੋਗਤੀ ਹੈ। ਕੋਈ ਬਿਮਾਰ ਵੱਡੇ ਸ਼ਹਿਰਾਂ ਦੇ ਵਿੱਚ ਕੋਈ ਬਜ਼ੁਰਗ ਬਿਮਾਰ ਪਿਆ ਹੈ, ਮਾਤਾ ਬਿਮਾਰ ਪਈ ਹੈ, ਕੋਈ ਪੁੱਛਣ ਵਾਲਾ ਨਹੀਂ ਹੈ। ਅੱਜ ਅਸੀਂ ਇੰਨੇ ਜ਼ਿਆਦਾ ਜਿਹੜਾ ਹੈ ਉਹ ਮਾਇਆ ਦੇ ਵਿੱਚ ਖਪਤ ਹੋ ਗਏ ਆ, ਜਾਂ ਅਸੀਂ ਇੱਕ ਦੂਜੇ ਨੂੰ ਸਮਾਂ ਹੀ ਨਹੀਂ ਦੇ ਪਾ ਰਹੇ ਕਿ ਇੱਕ ਦੂਜੇ ਦੀ ਸੁੱਖ ਸ਼ਾਂਤ ਨਹੀਂ ਪੁੱਛਦੇ। ਪਿਆਰਿਓ, ਜਦੋਂ ਅਸੀਂ ਕਿਸੇ ਬਿਮਾਰ ਦਾ ਹਾਲ ਚਾਲ ਪੁੱਛ ਲੈਂਦੇ ਆ, ਸੁੱਖ ਸ਼ਾਂਤ ਪੁੱਛ ਲੈਂਦੇ ਆ, ਉਹ ਅੱਧਾ ਹੌਲਾ ਹੋ ਜਾਂਦਾ ਹੈ। ਕਿੰਨੇ ਹੀ ਗੁਰੂ ਪਿਆਰਿਆਂ ਨੇ ਇਹ ਮਹਿਸੂਸ ਕੀਤਾ ਕਿ ਪਿਛਲੇ ਦਿਨੀ ਕਰੋਨਾ ਦੀ ਮਹਾ ਬਿਮਾਰੀ ਕਿਵੇਂ ਫੈਲੀ। ਜਿਹੜੇ ਬਿਮਾਰ ਹੋ ਗਏ ਘਰਾਂ ਦੇ ਵਿੱਚ, ਬੱਚੇ ਜਿਨ੍ਹਾਂ ਦੇ ਵਿਦੇਸ਼ਾਂ ਵਿੱਚ ਇਕੱਲੇ ਬਜ਼ੁਰਗ ਰਹਿ ਰਹੇ ਸਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਦੀ ਪ੍ਰੇਰਨਾ ਦੇ ਨਾਲ ਤੁਸੀਂ ਵੇਖੋ ਕਿਵੇਂ ਉਦਮ ਕਰਕੇ ਘਰਾਂ ਘਰਾਂ ਤੱਕ ਡੋਰਬੈਲ ਵਜਾ ਕੇ ਪ੍ਰਸ਼ਾਦਾ ਪਹੁੰਚਾਇਆ ਗਿਆ ਹੈ। ਉਹਨਾਂ ਨੇ ਬੜਾ ਜਿਹੜਾ ਹੈ ਮਾਣ ਮਹਿਸੂਸ ਕੀਤਾ ਅਤੇ ਉਹ ਲੋਕ ਆਪਣਾ ਅੱਧਾ ਦੁੱਖ ਜਿਹੜਾ ਹੈ ਸਮਝਦੇ ਸੀ ਵੀ ਸਾਡਾ ਘਟ ਗਿਆ ਹੈ। ਜਦੋਂ ਕੋਈ ਪੁੱਛਣ ਵਾਲਾ ਹੋਵੇ, ਜਦੋਂ ਕੋਈ ਤੁਹਾਨੂੰ ਪ੍ਰਸ਼ਾਦਾ ਪੁੱਛ ਲਏ, ਤੁਹਾਨੂੰ ਮੈਡੀਸਨ ਬਾਰੇ ਪੁੱਛ ਲਏ। ਅੱਜ ਵੀ ਰੋਜ਼ਾਨਾ ਇਸ ਸਥਾਨ ਤੋਂ ਸਿੰਘ ਸਾਹਿਬ ਬੇਨਤੀ ਕਰਦੇ ਨੇ ਕਿ ਬਾਲਾ ਸਾਹਿਬ ਦਾ ਹੌਸਪੀਟਲ ਜਿਹੜਾ ਹੈ ਉਹ ਸਾਰੀ ਅਧੀਨ ਹੈ, ਤਾਂ ਕਿ ਆਉਣ ਵਾਲੇ ਸਮੇਂ ਦੀਆਂ ਜੋ ਚੁਣੌਤੀਆਂ ਨੇ ਉਹਨਾਂ ਤੋਂ ਕਿਵੇਂ ਨਜਿੱਠਿਆ ਜਾਣਾ ਇਹਦੀ ਤਿਆਰੀ ਕੀਤੀ ਜਾ ਸਕੇ। ਗੁਰੂ ਪਿਆਰ ਵਾਲਿਓ,
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੋੜੀਆਂ ਵਾਸਤੇ ਦਵਾਖਾਨਾ ਖੋਲਿਆ ਔਰ ਮੈਡੀਸਨ ਉੱਤੇ ਗੁਰੂ ਘਰ ਨੇ ਬਹੁਤ ਵੱਡਾ ਕੰਮ ਕੀਤਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਗੁਰਮਤਿ ਦਾ ਜਿਹੜਾ ਪੱਖ ਹੈ ਉਹ ਕੇਵਲ ਵਿਦਿਆ ਪੜ੍ਹਨੀ ਹੈ, ਨਾਮ ਜਪਣਾ, ਬੰਦਗੀ ਕਰਨੀ, ਸਿਮਰਨ ਕਰਨਾ, ਇਹ ਤੇ ਸਿਖਰ ਦਾ ਪੱਖ ਹੈ। ਪਿਆਰਿਓ, ਜਨ ਨਾਨਕ ਧੂੜ ਮੰਗੈ ਤਿਸ ਗੁਸ ਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਇਹ ਤੇ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹੀ ਨਹੀਂ, ਪਰ ਚੇਤੇ ਰੱਖਣਾ ਗੁਰਮਤਿ ਦਾ ਪੱਖ ਪਰਉਪਕਾਰ ਦਾ ਵੀ ਹੈ। ਜੋ ਪਿਰਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਈ, ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ ਤੁਸੀਂ ਵੇਖੋਗੇ ਕਿ ਇਹ ਦਵਾਖਾਨਾ ਉਹਨਾਂ ਬੁਲੰਦੀਆਂ ਨੂੰ ਛੂ ਗਿਆ ਕਿ ਜਿੱਥੇ ਸਰਕਾਰੀ ਦਰਬਾਰ ਦੇ ਸਾਹੂਕਾਰ ਵੀ ਜਿਹੜੇ ਲੋਕ ਨੇ, ਰਾਜੇ ਜਿਹੜੇ ਨੇ, ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ ਵਿੱਚੋਂ ਦਵਾਈ ਲੈ ਰਹੇ ਨੇ, ਦਾਰਾ ਸ਼ਿਕੋ ਵਰਗੇ। ਉਹਨਾਂ ਦਾ ਇਲਾਜ ਇੱਥੋਂ ਹੁੰਦਾ ਹੈ। ਤੇ ਅਸੀਂ ਕਿਉਂ ਨਹੀਂ ਅਜੋਕੇ ਸਮੇਂ ਦੇ ਵਿੱਚ ਆਪਣੇ ਜਿਹੜੇ ਮੈਡੀਕਲ ਇੰਸਟੀਚਿਊਟ ਨੇ, ਮੈਡੀਕਲ ਸੈਂਟਰ ਨੇ, ਉਹਨਾਂ ਨੂੰ ਇੱਕ ਖਾਸ ਚੰਗੇ ਮੁਕਾਮ ਤੇ ਕਿਉਂ ਨਹੀਂ ਲੈ ਕੇ ਜਾਂਦੇ? ਅਸੀਂ ਇਸ ਪਾਸੇ ਕਿਉਂ ਨਹੀਂ ਸੋਚ ਰਹੇ ਹਾਂ? ਸਾਨੂੰ ਸੋਚਣਾ ਬਣਦਾ ਹੈ ਕਿ ਅਸੀਂ ਆਪਣੇ ਹੌਸਪਿਟਲਾਂ ਨੂੰ ਚੰਗਾ ਕਰੀਏ, ਆਪਣੇ ਹੌਸਪਿਟਲਾਂ ਨੂੰ ਇੱਕ ਖਾਸ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਅਸੀਂ ਨਾਮ ਕਰੀਏ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਹੌਸਪਿਟਲ ਹੈ ਭਾਈ, ਉੱਥੋਂ ਤੁਹਾਨੂੰ ਦਵਾ ਵੀ ਮਿਲੇਗੀ, ਉੱਥੋਂ ਤੁਹਾਡਾ ਇਲਾਜ ਵੀ ਹੋਵੇਗਾ ਤੇ ਲੋੜਵੰਦਾਂ ਵਾਸਤੇ ਪ੍ਰਸ਼ਾਦਾ ਵੀ ਮਿਲੇਗਾ, ਕਿਉਂਕਿ ਉਸ ਦਰ ਤੇ ਅਰਦਾਸ ਕੀਤੀ ਜਾਂਦੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਹੀ ਬੇਨਤੀ ਕਰਦੇ ਨੇ, ਆਪ ਅਰਦਾਸ ਕਰਦੇ ਨੇ ਅਕਾਲ ਪੁਰਖ ਅੱਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਹਾਰੀ ਆਇਓ, ਨਾਨਕੇ ਪ੍ਰਭ ਸਾਥ। ਮੇਰੇ ਮਾਲਕ ਜੀਓ, ਤੁਸੀਂ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਹੋ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ ਹੋ, ਹਰੇਕ ਘਟ ਵਿੱਚ ਤੁਹਾਡਾ ਵਾਸਾ ਹੈ, ਤੁਹਾਡੀ ਸ਼ਰਨ ਵਿੱਚ ਆਏ ਆਂ ਦਾਤਾ, ਸਾਡੀ ਵੀ ਮਦਦ ਕਰੋ। ਪਿਆਰਿਓ, ਜਿਨ੍ਹਾਂ ਦੇ ਦਰਬਾਰ ਵਿੱਚ ਬੈਠੇ ਹੋ, ਮੇਰੇ ਮਾਲਕ ਦੇ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਤੇ ਸ਼ਖਸੀਅਤ ਬੜੀ ਪਿਆਰੀ ਹੈ। ਆ ਜਿਹੜੇ ਦਿਨ ਅੱਜ ਕੱਲ ਅਸੀਂ ਜਿਨ੍ਹਾਂ ਪੋਹ ਦੀਆਂ ਰਾਤਾਂ ਵਿੱਚ ਬੈਠੇ ਹਾਂ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਬੱਚਿਆਂ ਨੇ ਇਹ ਸਾਰਾ ਇਤਿਹਾਸ ਟੀਵੀਆਂ ਤੇ ਵਿਦਵਾਨਾਂ ਪਾਸੋਂ ਸਰਵਣ ਕੀਤਾ ਹੈ। ਅੱਜ ਬੱਚੇ ਦਾਦੀ ਮਾਂ ਕੋਲ ਬੈਠੇ ਨੇ, ਇੱਕ ਪਰਿਵਾਰ ਗੁਰਸਿੱਖ ਪਰਿਵਾਰ ਹੈ ਤੇ ਦਾਦੀ ਮਾਂ ਆਪਣੇ ਪੋਤਰਿਆਂ ਨੂੰ ਕੰਬਲ ਵਿੱਚ ਸਾਂਭ ਕੇ ਬੈਠੀ ਹੈ। ਦਾਦੀ ਮਾਂ ਕਹਿਣਗੀ, ਪੁੱਤ ਤੁਹਾਨੂੰ ਅੱਜ ਮੈਂ ਇੱਕ ਖਾਸ ਸਾਖੀ ਸੁਣਾਉਣੀ ਹੈ। ਤੇ ਬੱਚੇ ਕਹਿੰਦੇ, ਦਾਦੀ ਅਸੀਂ ਵੀ ਅੱਜ ਸੁਣਨ ਵਾਸਤੇ ਤਿਆਰ ਹਾਂ। ਅੱਜ ਦਾਦੀ ਨੇ ਖਾਸ ਤਿਆਰੀ ਕੀਤੀ ਤੇ ਦਾਦੀ ਕਹਿੰਦੀ ਹੈ, ਮੇਰੇ ਬੱਚਿਓ ਇੱਕ ਸਾਖੀ ਤੁਹਾਨੂੰ ਮੈਂ ਬੜੀ ਪੁਰਾਣੀ ਸੁਣਾਉਣ ਜਾ ਰਹੀ ਹਾਂ। ਉਹ ਕਹਿੰਦੀ ਹੈ, ਇੱਕ ਪਿੰਡ ਦੇ ਵਿੱਚ ਇੱਕ ਬੱਚਾ ਰਹਿੰਦਾ ਸੀ, ਜਿਹੜਾ ਬੱਚਾ ਬਹੁਤ ਜ਼ਿਆਦਾ ਗਰੀਬ, ਅੰਤਾਂ ਦਾ ਗਰੀਬ, ਜਿਹਦੇ ਕੋਲ ਪੈਰਾਂ ਵਿੱਚ ਜੋੜਾ ਵੀ ਨਹੀਂ ਹੋਣਾ, ਕੱਪੜੇ ਲੀੜੇ ਵੀ ਕੋਈ ਚੰਗੇ ਨਾ ਹੋਣੇ। ਕਹਿਣਗੇ ਇੱਕ ਦਿਨ ਉਹ ਨਿਰਾਸ਼ ਹੋ ਕੇ ਜੰਗਲ ਵੱਲ ਜਾ ਰਿਹਾ, ਪਿੰਡ ਤੋਂ ਬਾਹਰ ਨਿਕਲਿਆ। ਕਹਿੰਦੇ ਜਦੋਂ ਜੰਗਲ ਵੱਲ ਗਿਆ, ਪਿੰਡ ਤੋਂ ਬਾਹਰ ਨਿਕਲਿਆ, ਕਹਿੰਦੇ ਇੱਕ ਦਰਖਤ ਕੋਲ ਰੁਕਿਆ। ਉਸ ਦਰਖਤ ਵਿੱਚੋਂ ਆਵਾਜ਼ ਆਈ ਹੈ। ਚੇਤੇ ਰੱਖਣਾ, ਦਰਖਤ ਕੋਈ ਬੋਲਦੇ ਨਹੀਂ ਹੁੰਦੇ, ਪਰ ਕੇਵਲ ਸਮਝਾਉਣ ਮਾਤਰ ਦਾਦੀ ਬੱਚਿਆਂ ਨੂੰ ਕਹਿੰਦੀ, ਕਹਿੰਦੇ ਦਰਖਤ ਬੋਲਿਆ। ਦਰਖਤ ਕਹਿੰਦਾ, ਪੁੱਤ ਤੂੰ ਕਿਉਂ ਰੋਨਾ? ਉਹ ਕਹਿੰਦਾ, ਜੀ ਮੈਨੂੰ ਕੋਈ ਆਪਣੇ ਨਾਲ ਖਿਡਾਉਂਦਾ ਨਹੀਂ ਹੈ। ਜਦੋਂ ਪਿਆਰਿਓ ਗਰੀਬੀ ਹੋਵੇ ਨਾ, ਦੁੱਖ ਸੰਤਾਪ ਹੋਵੇ, ਉਦੋਂ ਕੋਈ ਆਪਣੇ ਨਾਲ ਜਿਹੜਾ ਹੈ ਉਹ ਖਿਲਾ ਕੇ ਵੀ ਰਾਜੀ ਨਹੀਂ। ਕਹਿੰਦੇ ਨੇ, ਉਹ ਕਹਿੰਦਾ ਪੇੜ ਕਹਿਣ ਲੱਗਾ, ਭਾਈ ਤੂੰ ਇੱਕ ਕੰਮ ਕਰਿਆ ਕਰ, ਮੇਰੇ ਕੋਲ ਆਇਆ ਕਰ, ਮੇਰੇ ਟਾਹਣਿਆਂ ਤੇ ਝੂਠਿਆ ਕਰ, ਖੇਡਿਆ ਕਰ, ਆਨੰਦ ਮਾਣਿਆ ਕਰ। ਬੱਚਾ ਬੜਾ ਖੁਸ਼ ਹੋ ਗਿਆ। ਕਹਿੰਦੇ 2-4 ਦਿਨ ਬਾਅਦ ਫੇਰ ਆਇਆ, ਫੇਰ ਰੋਂਦਾ ਪਿਆ। ਕਹਿਣ ਲੱਗਾ, ਹੁਣ ਕਿਉਂ ਰੋਂਦਾ? ਕਹਿੰਦਾ, ਜੀ ਮੇਰੇ ਘਰ ਪ੍ਰਸ਼ਾਦਾ ਪਾਣੀ ਕੋਈ ਨਹੀਂ, ਮਾਂ ਦਿਹਾੜੀ ਤੇ ਗਈ ਹੈ, ਘਰ ਪਿਓ ਵੀ ਨਹੀਂ, ਉਹ ਵੀ ਦਿਹਾੜੀ ਤੇ ਗਿਆ, ਭੁੱਖਾ ਹੈਗਾ। ਦਰਖਤ ਕਹਿਣ ਲੱਗਾ, ਉੱਤੇ ਝਾਤੀ ਮਾਰ,
फल लगे ने ना, इन्हां नूं तू अपनी समझ, ये तेरे वास्ते ने। इन्हें फल खाधे, बच्चा बड़ा खुश। ये नौजवान होया, परिवार वालियां ने इहदा विआह कर दिता। एक दिन फिर उदास हो गया, कहन लगा जी मेरा विआह कर दिता, मैनू वख कर दिता, ते गुजारा किवें करां। दरख्त कहन लगा एक काम कर, ये मेरे मोटे मोटे टाणे वड्ड लै, इन्हां दियां मेजां बनाया कर, कुर्सियां बनाया कर, ते इन्हां नूं जिहड़ा है वो तू वेचिया कर। पिता पुरखी काम तेरा तरखान दा, तैनूं काम आउंदा भी है। इहने काम शुरू किया, कारोबार चंगा चल पिया। ये कहन लगा जी हुण बच्चे भी हो गए, परिवार भी हो गया, वड्डे हो गए हैं, खर्चे वध गए ने। एक दिन फिर ये उदास होके उधरों निकलदा पिया। कहंदे उधरों जदों उदास होके निकल रहा ना, ते फिर दरख्त विचों आवाज आई, हुण क्यों रोना? कहन लगे जी मेरी दुकान शहर विच मैं जाना चाहुंदा, पर विचकार एक नदी पैंदी है, वो पार करना बड़ा मुश्किल है। वो कहन लगा आ मेरा तना लै जा, बेड़ी बना, अपना फर्नीचर रख ते पार हो के तू उत्थे वेचिया कर। इन्हें इंज ही काम किया। एक दिन कहन लगे इहदा कोई प्यारा चढ़ाई कर गया, बड़ा नज़दीकी इहदा प्यारा चढ़ाई कर गया। कहंदे ए फिर एक दिन उधरों फिर गुजर रहा है, ये वेखदा कोई पाथियां दे रहा, कोई घ्यो दे रहा, कोई समग्री। ये कहंदा मैनू भी अपने प्यारे दे संस्कार वास्ते कुछ देना चाहिए। बड़ा उदास है। उतों फिर आवाज आई, बच्चे कहन लगे दादी हुण कित्थों किवें मदद करेगा, हुण ते दरख्त है ही नहीं सी। दादी कहन लगी बच्चों। उतों फिर आवाज आई, ये भी कहन लगा तू हजे हैगा? कहन लगे हाँ मैं हैगा है। कहन लगे कही लैके आ मेरियां जड़ां पुट लै, अपने प्यारे दा संस्कार कर दे। कहन लगे उन्हें अपनियां जड़ां तक दे दित्तियां। प्यारिओ धन गुरु अर्जन साहब महाराज जी दे पोतरे ने, धन गुरु तेग बहादुर साहब, धन गुरु तेग बहादुर साहब दे पोतरे ने 4 साहिबजादे। मनुखता दी खातर वास कटा, परिवार लुटा, और तुम भी चले हो। कल 4 थे आज 2 हैं, अगर ये भी ना होंगे शुक्र करूंगा परमात्मा कल हम भी ना होंगे। धन गुरु अर्जन साहब महाराज अपार ज्ञान दे मालक हन, ते भट्ट साहिबान कहंदे ने वो पराई दुख नूं, पराई पीड़ा नूं जिहड़ा है निवारण वाले ने। ते अगे कहंदे ने भट्ट साहिबान अगह गहन भ्रम प्रांत दहन शीतल सुख दातो। मेरे धन गुरु अर्जन साहब महाराज जी दी उस हरी तक पहुंच है जिथे जीवां दी पहुंच नहीं है। सतगुरु पातशाह जी भरम दा नाश करन वाले ने, ते शीतलता दे ओ सौमे ने। शीतलता दे ओ सौमे ने। जदों सतगुरु जी नूं उबलदी देग विच उबालिया गया, तत्ती तवी ते बिठाया गया, ते चंदू अग दे भांबड़ मचा रहे, उपरों रेत दे कड़छे पा रहा है, फिर भी साईं मियाँ मीर जी पुछदे ने सतगुरु अज किवें लग रहा है? ते चेते रखना 2 बोल गुरु ग्रंथ साहिब दे विचों मैं कह दियां महीनियां दे बाबद गुरदेव 12 महामांज विच कहंदे ने कि एक तां पोख तुखार ना व्यापी कंठ मिलिया हर नाह। कहण लगे पोह दा पाला उन्हां नूं नहीं व्यापदा जिन्हां दे कंठ विच परमेश्वर दा नाम होवे, ते दूजा आषाढ़ तपंदा तिस लगे हर नाह ना जिन्ना पास। कहण लगे हाड़ दा महीना उन्हां नूं तपदा होया लगदा जिन्हां कोल नाम नहीं है। इत्थे तां गुरदेव दे हिरदे विच नाम परोता होया है, नाम दा वासा है। ते सतगुरु महाराज कहंदे मियाँ छोड़ो प्रीत चाम से, मन शांत है हरि नाम से। क्योंकि ये हरि नाम कित्थों प्राप्त कीता है, ये शीतलता कित्थों प्राप्त कीती है? सतगुरु महाराज कहंदे ने नह शीतलंग शीत रुतेण। सतगुरु पातशाह कहंदे ने नह शीतलंग बावन चंदन है। कहण लगे ना ये शीतलता शीत रुत तो प्राप्त हो सकती है, ना ये शीतलता जेड़ा चंदन कोलों प्राप्त हो सकती है। नानक शीतलंग साध स्वैजन है। कहण लगे ये संत जना तो प्राप्त हो सकती है, गुरमुखां तो प्राप्त हो सकती है।
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜੋ ਗੁਰੂ ਸਾਹਿਬਾਨ ਤੋਂ ਸਿੱਖਿਆ ਪ੍ਰਾਪਤ ਕੀਤੀ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ, ਉਤੋਂ ਸਤਿਗੁਰੂ ਮਹਾਰਾਜ ਨੇ ਇਹ ਸ਼ੀਤਲਤਾ ਪ੍ਰਾਪਤ ਕੀਤੀ। ਉਹ ਸੁੱਖਾਂ ਦੇ ਦਾਤੇ ਹਨ। ਭੱਟ ਸਾਹਿਬਾਨ ਕਹਿੰਦੇ ਨੇ, ਅਸੰਭਵ ਉਦਵਿਓ ਪੁਰਖ ਪੂਰਨ ਵਿਧਾਤੋ, ਜੋ ਅਜਨਮਾ ਸਿਰਜਣਹਾਰ ਪ੍ਰਭੂ ਹੈ ਉਹ ਜਨਮਿਆ ਹੈ। ਕਹਿਣ ਲੱਗੇ ਜੋ ਅਜਨਮਾ ਪ੍ਰਭੂ ਹੈ ਕਰਤਾਰ ਪੁਰਖ ਉਹ ਅਕਾਲ ਪੁਰਖ ਵਾਹਿਗੁਰੂ ਅੱਜ ਗੁਰੂ ਅਰਜਨ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਹੋਇਆ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਕਹਿਣ ਲੱਗੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਵਿੱਚ ਜੁੜੇ ਹੋਏ ਨੇ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਵਿੱਚ ਵੀ ਜਿਹੜਾ ਹੈ ਉਹ ਸ਼ਬਦ ਵਰਤਦਾ ਤੇ ਉਹ ਸ਼ਬਦ ਵਿੱਚ ਜੁੜੇ ਹੋਏ ਨੇ। ਇੰਨੇ ਕੁ ਜੁੜੇ ਹੋਏ ਨੇ ਬਾਣੀ ਵਿੱਚ, ਸ਼ਬਦ ਵਿੱਚ, ਤੇ ਗੁਰੂ ਅਰਜਨ ਸਾਹਿਬ ਦੇ ਆਪਣੇ ਬੋਲ ਸਤਿਗੁਰੂ ਕਹਿੰਦੇ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਸਤਿਗੁਰੂ ਮਹਾਰਾਜ ਜੀ ਦੇ ਬਾਬਤ ਭੱਟ ਸਾਹਿਬਾਨ ਕਹਿੰਦੇ ਨੇ, ਕਹਿਣ ਲੱਗੇ ਧੰਨ ਧੰਨ ਗੁਰ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਧੰਨ ਗੁਰੂ ਰਾਮਦਾਸ ਮਹਾਰਾਜ ਧੰਤਾ ਜੋਗ ਨੇ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਰਸ ਪਰਸ ਮਿਲਾਇਓ, ਪਰਸ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪਰਸ ਕੇ ਉਹਨਾਂ ਉੱਤੇ ਕਿਰਪਾ ਕੀਤੀ ਕਿ ਉਹਨਾਂ ਨੂੰ ਇਹੋ ਜਿਹਾ ਪਾਰਸ ਬਣਾ ਦਿੱਤਾ ਕਿ ਜਿਨ੍ਹਾਂ ਨਾਲ ਜੇ ਛੋ ਜਾਈਏ ਤੇ ਸੋਨਾ ਬਣ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਗੁਰੂ ਉਹ ਪਾਰਸ ਹੈ ਜਿਸ ਕੋਲ ਤੁਸੀਂ ਆਓਗੇ ਤੇ ਤੁਹਾਨੂੰ ਸੋਨਾ ਬਣਾ ਦੇਗਾ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਕਬੀਰ ਸਾਹਿਬ ਕਹਿੰਦੇ ਇਸੇ ਕਰਕੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹਿ, ਬਸੇ ਜੋ ਚੰਦਨ ਪਾਸ। ਸਾਨੂੰ ਐਸੇ ਸਤਿਗੁਰੂ ਮਹਾਰਾਜ ਜੀ ਦਾ ਸੰਗ ਕਰਨਾ ਚਾਹੀਦਾ ਹੈ। ਇਹੋ ਜਿਹੇ ਸਤਿਗੁਰਾਂ ਦੇ ਸਤਸੰਗ ਵਿੱਚ ਆਉਣਾ ਚਾਹੀਦਾ ਹੈ। ਵੱਧ ਤੋਂ ਵੱਧ ਸਮਾਂ ਅਸੀਂ ਗੁਰਬਾਣੀ ਪੜ੍ਹਨ ਵਾਸਤੇ ਕੱਢੀਏ, ਅੰਮ੍ਰਿਤ ਛਕੀਏ ਤੇ ਗੁਰੂ ਵਾਲੇ ਬਣੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਖਾਸ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ, ਤੇ ਖਾਸ ਧੰਨਵਾਦ ਹੈ ਬਹੁਤ ਹੀ ਮਾਣਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਜਿਹੜੇ ਅਥਾਹ ਪਿਆਰ ਬਖਸ਼ਿਸ਼ ਕਰਦੇ ਨੇ। ਹੋਈਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਸਭ ਕਿਛ ਹੈ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜੀ ਕੈ ਮਨ ਵਸਿਆ, ਵਾਜੇ
ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।